ਆਸਟ੍ਰੇਲੀਆ ਪਿਛਲੇ 2 ਸਾਲ ਤੋਂ ਬਿਲਕੁਲ ਬੰਦ ਸੀ ਕੋਵਿਡ ਕਰਕੇ, ਕੋਈ ਵੀ ਬੱਚਾ ਨਹੀਂ ਜਾ ਸਕਿਆ। ਅੱਜ ਉਹਨਾਂ ਕੋਲੇ ਸਕਿਲਡ ਜਿਹੜੀ ਲੇਬਰ ਹੈਗੀ ਹੈ ਉਹਦੀ ਡਿਮਾਂਡ ਹੈਗੀ ਆ, ਉਹਨਾਂ ਕੋਲ ਕੰਮ ਕਰਨ ਵਾਸਤੇ ਬੱਚੇ ਨਹੀਂ ਹੈਗੇ ਨੇ। ਸਭ ਤੋਂ ਵੱਡੀ ਜਿਹੜੀ ਵੱਡੀ ਰਿਆਇਤ ਦਿੱਤੀ ਗਈ ਹੈ ਉਹ ਇੱਕ ਤਾਂ ਵੀ ਫੁੱਲ ਟਾਈਮ ਵਰਕ ਪਰਮਿਟ। ਅੱਗੇ ਕਿਸੇ ਵੀ ਕੰਟਰੀ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈਗੀ ਹੈ। ਕਿਸੇ ਵੀ ਕੰਟਰੀ ਜਾਂਦਾ ਤਾਂ 20 ਆਵਰਸ ਪਰ ਵੀਕ ਉਹ ਕੰਮ ਕਰਨ ਦੀ ਪ੍ਰੋਵੀਜ਼ਨ ਹੈ, ਲੇਕਿਨ ਆਸਟ੍ਰੇਲੀਆ ਨੇ ਉਦੋਂ ਉੱਪਰ ਜਾ ਕੇ 40 ਆਵਰਸ ਪਰ ਵੀਕ ਮਤਲਬ ਫੁੱਲ ਟਾਈਮ ਜਿੰਨਾ ਉਹ ਕੰਮ ਕਰ ਸਕਦਾ ਉਹ ਕੰਮ ਕਰਨ ਵਾਸਤੇ ਅਲਾਉ ਕਰਤਾ। ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ। ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜੀ ਐਪਲੀਕੇਸ਼ਨ ਫੀਸ ਹੈਗੀ ਹੈ, ਐਮਬੈਸੀ ਦੀ ਫੀਸ, ਵੀਜ਼ਾ ਫੀਸ ਹੈ, ਉਹ ਵੇਵ ਆਫ। ਇਹ ਵੀ ਨਹੀਂ ਹੈ ਕਿ ਤੁਸੀਂ ਫੀਸ ਨਹੀਂ ਦੇਣੀ ਤੇ ਵੀਜ਼ਾ ਅਪਲਾਈ ਕਰੋ ਨਾ। ਜਿਹੜੇ ਬੱਚੇ 19 ਜਨਵਰੀ 2022 ਤੋਂ ਲੈ ਕੇ 19 ਮਾਰਚ ਵੱਲੋਂ 8 ਹਫ਼ਤੇ ਦਾ ਟਾਈਮ ਉਹਨਾਂ ਨੇ ਨੋਟ ਕੀਤਾ, 8 ਹਫ਼ਤੇ ਦੇ ਵਿੱਚ ਆਸਟ੍ਰੇਲੀਆ ਪਹੁੰਚ ਜਾਣਗੇ, ਕਿਸੇ ਵੀ ਪ੍ਰੋਵੀਜ਼ਨ ਤੇ ਪਹੁੰਚ ਜਾਣਗੇ, ਉਹਨਾਂ ਨੂੰ ਉਹਨਾਂ ਦੀ ਐਪਲੀਕੇਸ਼ਨ ਫੀਸ ਦਸੰਬਰ 2022 ਤੱਕ ਰਿਬੇਟ ਮਿਲ ਜਾਏਗੀ, ਮਤਲਬ ਵਾਪਸ ਮਿਲ ਜਾਏਗੀ। ਹੁਣ ਦੀਆਂ ਜਿਹੜੀਆਂ ਉਹਨਾਂ ਦੀਆਂ ਰਾਇਤਾਂ ਦਿੱਤੀਆਂ ਨੇ, ਜਿਹੜੀਆਂ ਐਗਜ਼ੈਂਪਸ਼ਨ ਦਿੱਤੀਆਂ ਨੇ, ਉਹਦੇ ਨਾਲ ਇਹ ਲੱਗਦਾ ਕਿ ਆਸਟ੍ਰੇਲੀਆ ਬਹੁਤ ਸਾਰੇ ਬੱਚਿਆਂ ਨੂੰ ਹੁਣ ਲੈਣ ਵਾਸਤੇ ਤਿਆਰ ਹੈ। ਮੈਂ ਇੱਕ ਸਟੈਟਿਕਸ ਪੜ੍ਹ ਰਿਹਾ ਸੀਗਾ, 1,75,000 ਸਟੂਡੈਂਟ ਮਤਲਬ ਪੌਣੇ 2 ਲੱਖ ਸਟੂਡੈਂਟ ਉਹਨਾਂ ਨੂੰ ਚਾਹੀਦਾ। ਉਹਦੇ ਨਾਲ ਕੀ ਹੋਏਗਾ, ਜਿਨ੍ਹਾਂ ਦੇ ਬੱਚਿਆਂ ਦੇ ਅਕੈਡਮਿਕ ਸਕੋਰ ਘੱਟ ਹੋਗਾ ਉਹ ਵੀ ਵੀਜ਼ਾ ਲੈ ਸਕਣਗੇ, ਔਰ ਜਿਨ੍ਹਾਂ ਦਾ ਆਇਲਸ ਦਾ ਸਕੋਰ ਘੱਟ ਹੋਗਾ ਉਹ ਵੀ ਵੀਜ਼ਾ ਲੈ ਸਕਣਗੇ। ਮੇਰੇ ਕਹਿਣ ਤੋਂ ਭਾਵ ਕਿ ਜਿਵੇਂ ਪੰਜਾਬੀ ਜਿਹੀ ਕਹਿੰਦੇ ਆ ਕਿ ਖੁੱਲ ਗਿਆ ਆਸਟ੍ਰੇਲੀਆ, ਖੁੱਲ ਗਿਆ ਹੈਗਾ, ਪਰ ਹੁਣ ਤੁਹਾਨੂੰ ਰਾਈਟ ਕੰਸਲਟੈਂਟ ਨੂੰ ਚੂਜ਼ ਕਰਨ ਦੀ ਜ਼ਰੂਰਤ ਹੈ। ਉਹ ਕੰਸਲਟੈਂਟ ਨੂੰ ਜਿਹਨੂੰ ਕੰਮ ਕਰਨਾ ਆਉਂਦਾ ਹੋਵੇ, ਜਿਹਦੀ ਟੀਮ ਕੰਮ ਕਰ ਸਕਦੀ ਹੋਵੇ। ਗੈਪ ਦੀ ਜਦੋਂ ਗੱਲ ਹੁੰਦੀ ਹੈ, ਕੋਈ ਵੀ ਹਾਈ ਕਮਿਸ਼ਨ ਇਹ ਨਹੀਂ ਗਿਣਦਾ ਕਿ ਤੁਹਾਡਾ ਗੈਪ ਹੈ, ਪਰ ਜੇ ਤੁਸੀਂ ਜਸਟੀਫਾਈਡ ਤਰੀਕੇ ਨਾਲ ਉਹਨੂੰ ਪ੍ਰੂਵ ਕਰ ਸਕਦੇ ਹੋ, ਤੁਸੀਂ ਉਸ ਗੈਪ ਦੌਰਾਨ ਕੋਈ ਐਗਜ਼ਾਮ ਦਿੱਤਾ ਹੈ, ਤੁਸੀਂ ਉਸ ਗੈਪ ਦੇ ਦੌਰਾਨ ਕੋਈ ਹੋਰ ਹਾਇਰ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ, ਤੁਸੀਂ ਉਹਦੇ ਨਾਲ ਕਿਸੇ ਜੌਬ ਕੀਤੀ ਹੈ, ਤੁਸੀਂ ਆਪਣੇ ਬਾਪ ਦੇ ਬਿਜ਼ਨਸ ਦੇ ਵਿੱਚ ਕੋਈ ਕੰਮ ਕਰਦੇ ਰਹੇ ਹੋ, ਤੁਸੀਂ ਜਸਟੀਫਾਈ ਕਰਦੇ ਹੋ ਤਾਂ ਗੈਪ ਜਸਟੀਫਾਈ ਹੋ ਜਾਂਦਾ। ਇੱਕ ਵੀਜ਼ਾ ਅਫਸਰ ਕੀ ਦੇਖਦਾ ਹੈ, ਇਹ ਬੱਚਾ ਪੜ੍ਹਨ ਜਾ ਰਿਹਾ, ਕੀ ਇਹਦੀ ਇੰਟੈਂਸ਼ਨ ਸਹੀ ਹੈ? ਜੇ ਇੰਟੈਂਸ਼ਨ ਸਹੀ ਹੈ ਤਾਂ ਉਹ ਗੈਪ ਨੂੰ ਜਸਟੀਫਾਈ ਕਰ ਸਕਦਾ, ਉਹਨੂੰ ਵੀਜ਼ਾ ਮਿਲ ਸਕਦਾ। ਦੂਸਰਾ ਸਵਾਲ ਤੁਸੀਂ ਪੁੱਛਿਆ ਸਪਾਊਸ ਦੀ ਗੱਲ। ਆਸਟ੍ਰੇਲੀਆ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਪਾਊਸ ਨੂੰ ਅਲਾਉ ਕੀਤਾ ਜਾਂਦਾ ਹੈ। ਜਿਹੜੇ ਬੱਚੇ ਆਪਣੇ ਹਸਬੈਂਡ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਈਵਨ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਵੀ ਪ੍ਰੋਵੀਜ਼ਨ ਹੈਗੀ ਆ। ਬੱਚਾ ਪਹਿਲਾਂ ਚਲਾ ਗਿਆ, ਉਹਦਾ ਹਸਬੈਂਡ ਵਾਈਫ ਨੂੰ ਡਿਪੈਂਡੈਂਟ ਵੀਜ਼ਾ ਤੇ ਬੁਲਾਉਣਾ ਚਾਹੁੰਦੇ ਨੇ, ਉਹਦੇ ਵਾਸਤੇ ਵੀ ਪ੍ਰੋਵੀਜ਼ਨ ਹੈਗੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਦੀਪ ਕੌਰ, ਤੁਸੀਂ ਦੇਖ ਰਹੇ ਹੋ ਸੱਸ ਮੁੰਦਰੋਂ ਪਾਰ ਟੀਵੀ। ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਇੱਕ ਮੰਨਿਆ ਪਰਮੰਨਿਆ ਚਿਹਰਾ, ਇੱਕ ਮੰਨਿਆ ਪਰਮੰਨਿਆ ਨਾਮ BN ਓਵਰਸੀਜ਼ ਦੇ CEO ਐਡਵੋਕੇਟ ਕਮਲ ਕੁਮਾਰ ਭੁੰਬਲਾ ਜੀ, ਜਿਨ੍ਹਾਂ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ। ਤੋਂ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਿਮਰਨ ਜੀ, ਤੁਹਾਡਾ ਤੇ ਤੁਹਾਡੇ ਜਿਹੜਾ ਚੈਨਲ ਹੈ ਉਹਦੇ ਤੇ ਤੁਸੀਂ ਮੈਨੂੰ ਇਨਵਾਈਟ ਕੀਤਾ ਤੇ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੇ ਉਹਨਾਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇਹ 10-12 ਮਿੰਟ ਦੀ ਸਾਡੀ ਇਹ ਗੁਫ਼ਤਗੂ ਨੂੰ ਸੁਣਨਗੇ। ਹੋ ਸਕਦਾ ਇਹਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਲਾਹੇਵੰਦ ਗੱਲ ਲੱਭ ਸਕੇ। ਜੀ, ਪਿਛਲੇ 25 ਸਾਲ ਤੋਂ ਸਰ ਹੋਣੀ ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਬਹੁਤ ਵਧੀਆ ਨਾਮ ਕਮਾਇਆ, ਬਹੁਤ ਵਧੀਆ ਇਹਨਾਂ ਨੇ ਕੰਮ ਕਰਿਆ ਹੈ, ਬਹੁਤ ਸਾਰੇ ਸਟੂਡੈਂਟਸ ਦੀ ਇਹਨਾਂ ਨੇ ਜ਼ਿੰਦਗੀ ਬਣਾਈ ਹੈ, ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਹੈ। ਪਿਛਲੇ 25 ਸਾਲ ਤੋਂ ਸਰ ਤੁਸੀਂ ਇੱਥੇ ਬਹੁਤ ਵਧੀਆ ਕੰਮ ਕਰ ਰਹੇ ਹੋ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ, ਤੇ 25 ਸਾਲ ਦੇ ਦੌਰਾਨ ਕਿੰਨਾ ਕੁ ਬਦਲਾਵ ਆਇਆ ਹੈ ਇਸ ਇਮੀਗ੍ਰੇਸ਼ਨ ਦੀ ਦੁਨੀਆ ਦੇ ਅੰਦਰ, ਤੇ ਸਟੂਡੈਂਟਸ ਦਾ ਰੁਝਾਨ ਕਿਹੜੀ ਕੰਟਰੀਜ਼ ਦੇ ਲਈ ਜ਼ਿਆਦਾ ਵਧਿਆ ਹੈ? ਜਿੱਦਾਂ ਕਿ ਸੁਣਨ ਚ ਆ ਰਿਹਾ ਕਿ ਆਸਟ੍ਰੇਲੀਆ ਵਿੱਚ ਸਟੂਡੈਂਟਸ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਰਿਹਾ ਹੈ, ਇਹਦਾ ਕੀ ਕਾਰਨ ਹੈ? ਸਿਮਰਨ ਜੀ, ਪਿਛਲੇ 25 ਸਾਲ ਦੀ ਗੱਲ ਕਰਾਂ, 1996 ਜਦੋਂ ਅਸੀਂ ਸਟਾਰਟ ਕੀਤਾ ਸੀ, ਉਦੋਂ ਉਹ ਲੋਕ ਜਾਂਦੇ ਸੀ ਜਿਹੜੇ ਵਿਚ ਆਰ ਨਾਟ ਫਿਟ ਫਾਰ ਦਿਸ ਸਿਸਟਮ। ਬਾਪ ਆਉਂਦਾ ਸੀ ਕਿ ਮੇਰਾ ਬੇਟਾ ਇੱਥੇ ਕੁਝ ਨਹੀਂ ਕਰਦਾ, ਇਹਨੂੰ ਬਾਹਰ ਭੇਜ ਦਿਓ। ਲੇਕਿਨ 25 ਸਾਲ ਤੋਂ ਬਾਅਦ ਹੁਣ ਐਜੂਕੇਟਡ ਲੋਕ ਜਾਣੇ ਸ਼ੁਰੂ ਹੋ ਗਏ ਨੇ, ਰੁਝਾਨ ਨਵੇਂ ਤਰੀਕੇ ਦਾ ਆਇਆ। ਇਹ ਵੀ ਨਹੀਂ ਕਿ ਮੈਂ ਸਾਰੇ ਲੋਕਾਂ ਨੂੰ ਕਹਾਂ ਕਿ ਉਹ ਹਿੰਦੁਸਤਾਨ ਤੋਂ ਬਾਹਰ ਚਲੇ ਜਾਣ, ਸਾਨੂੰ ਵੀ ਇੱਥੇ ਦੇਸ਼ ਚਲਾਉਣ ਵਾਸਤੇ ਇੰਟੈਲੀਜੈਂਟ ਬੱਚਿਆਂ ਦੀ ਜ਼ਰੂਰਤ ਹੈ। ਪਰ ਹਿੰਦੁਸਤਾਨ ਦੀ ਜਿਹੜੀ ਮੈਕਸਿਮਮ ਆਬਾਦੀ ਹੈ ਮਿਡਲ ਕਲਾਸ ਲੋਕਾਂ ਦੀ ਆਬਾਦੀ ਹੈ। ਮਿਡਲ ਕਲਾਸ ਨਾ ਵਧੀਆ ਬਿਜ਼ਨਸ ਕਰ ਸਕਦਾ ਹੈ, ਨਾ ਬਹੁਤ ਵੱਡੀਆਂ ਨੌਕਰੀਆਂ ਪ੍ਰਾਪਤ ਕਰ ਸਕਦਾ ਹੈ, ਤੇ ਉਹਨਾਂ ਦੇ ਬੱਚਿਆਂ ਵਾਸਤੇ 10+2 ਤੋਂ ਬਾਅਦ, ਡਿਪਲੋਮਾ ਕਰਨ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਫੋਰਨ ਐਜੂਕੇਸ਼ਨ ਇੱਕ ਬਹੁਤ ਵਧੀਆ ਸਿਸਟਮ ਹੈ। ਮੁਲਕਾਂ ਦੀ ਗੱਲ ਕਰਾਂ, ਹਰੇਕ ਮੁਲਕ ਨੂੰ ਅੱਜ ਦੀ ਡੇਟ ਵਿੱਚ ਜ਼ਰੂਰਤ ਹੈ
ਜਿਹੜੇ ਡਿਵੈਲਪ ਕੰਟਰੀ ਨੇ ਉਹਨਾਂ ਨੂੰ ਜ਼ਰੂਰਤ ਹੈ। ਇਸੇ ਕਰਕੇ ਉਹ ਇੰਡੀਆ ਤੋਂ ਕਦੇ ਕੈਨੇਡਾ ਦੇ ਵਿੱਚ ਬਹੁਤ ਸਾਰੀ ਡਿਮਾਂਡ ਆ ਜਾਂਦੀ ਹੈ, ਕਦੇ ਯੂਕੇ ਦੇ ਵਿੱਚ ਆ ਜਾਂਦੀ, ਕਦੇ USA ਦੇ ਵਿੱਚ ਆ ਜਾਂਦੀ, ਕਦੇ ਆਸਟ੍ਰੇਲੀਆ ਦੇ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਯੂਰਪੀਅਨ ਕੰਟਰੀ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀ ਡਿਮਾਂਡ ਆਉਂਦੀ ਹੈ। ਬੱਚਾ ਜਾ ਕਿਤੇ ਸਕਦਾ, ਤੁਹਾਡਾ ਇਹ ਵੀ ਸਵਾਲ ਹੋ ਸਕਦਾ ਹੈ, ਉਹਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਉਹਨੂੰ ਯੂਨੀਵਰਸਿਟੀ, ਉਹਨੂੰ ਕਾਲਜ ਤੇ ਉਹਨੂੰ ਕੰਟਰੀ ਮਿਲ ਸਕਦੀ ਹੈਗੀ ਆ। ਸਰ ਜਿਨ੍ਹਾਂ ਦੇ 5.5 ਬੈਂਡ ਓਵਰਆਲ ਰਹਿ ਜਾਂਦੇ ਆ, 4-4 5-5 ਵਾਰੀ ਆਇਲਸ ਰਿਪੀਟ ਕਰ ਚੁੱਕੇ ਆ, ਤੇ ਜਿਨ੍ਹਾਂ ਦੇ ਪਰਸੈਂਟੇਜ ਘੱਟ ਹੈਗੇ, ਤੁਸੀਂ ਕਿਹੜੀ ਕੰਟਰੀ ਉਹਨਾਂ ਨੂੰ ਰეკਮੈਂਡ ਕਰਨਾ ਚਾਹੋਗੇ? ਵੈਸੇ ਇੰਡੀਆ ਨੂੰ ਇੰਗਲਿਸ਼ ਸਪੀਕਿੰਗ ਕੰਟਰੀ ਕਿਹਾ ਜਾਂਦਾ। ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਉਹ ਕਹਿੰਦੇ ਇੰਡੀਆ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਹੈ, ਪਰ ਫਿਰ ਵੀ ਸਾਡੇ ਬੱਚਿਆਂ ਦਾ ਹੱਥ ਅੰਗਰੇਜ਼ੀ ਦੇ ਵਿੱਚ ਤੰਗ ਹੁੰਦਾ ਵਾ। ਜਿਹੜੇ ਬੱਚੇ 6.5 not less than 6 ਜਾਂ 6 ਈਚ ਨਹੀਂ ਲੈ ਸਕਦੇ, ਕੈਨੇਡਾ ਦੀ ਗੱਲ ਕਰਾਂ SDS ਫਾਈਲ ਲਗਾਉਣ ਵਾਸਤੇ 6 ਈਚ ਦੀ ਰਿਕੁਆਇਰਮੈਂਟ ਹੈ, ਪਰ ਬਹੁਤ ਸਾਰੇ ਬੱਚੇ 5.5 ਲੈ ਲੈਂਦੇ ਨੇ, 5.5 ਤੋਂ ਅੱਗੇ ਟੱਪ ਨਹੀਂ ਪਾਉਂਦੇ। ਉਹਨਾਂ ਵਾਸਤੇ ਹੋਰ ਕੰਟਰੀ ਹੈਗੇ ਨੇ, ਯੂਰਪੀਅਨ ਕੰਟਰੀ ਦੇ ਵਿੱਚ ਹੈਗੇ ਨੇ, ਫਰਾਂਸ ਹੈ, ਜਰਮਨ ਹੈ, ਸਵਿਟਜ਼ਰਲੈਂਡ ਹੈ, ਆਸਟ੍ਰੇਲੀਆ ਵੀ ਲੈ ਰਿਹਾ ਵਾ, ਸਿੰਗਾਪੁਰ ਵੀ ਤੁਸੀਂ ਜਾ ਸਕਦੇ ਹੋ। ਕੁਝ ਇਹੋ ਜਿਹੇ ਕੰਟਰੀ ਨੇ ਜਿੱਥੇ ਲੋ ਇੰਗਲਿਸ਼ ਨੂੰ ਲਿਆ ਜਾ ਸਕਦਾ, ਉਹਨਾਂ ਦੇ ਕੋਲ ਇੰਗਲਿਸ਼ ਨੂੰ ਅੱਗੇ ਇੰਪਰੂਵ ਕਰਨ ਦੇ ਸਾਧਨ ਹੈਗੇ ਨੇ, ਉਹਨਾਂ ਕੋਲ EAP ਪ੍ਰੋਗਰਾਮ ਹੈਗਾ ਵਾ, ਇੰਗਲਿਸ਼ ਦੇ ਪ੍ਰੋਗਰਾਮ ਉੱਥੇ ਚਲਾਏ ਜਾਂਦੇ ਨੇ। ਇਸ ਕਰਕੇ ਬਹੁਤ ਸਾਰੇ ਕੰਟਰੀ ਨੇ, ਮੈਂ ਇਹ ਨਹੀਂ ਕਹਿ ਸਕਦਾ ਕਿ ਇਹਦੇ 5.5 ਇਸ ਕੰਟਰੀ ਵਾਸਤੇ ਸੂਟੇਬਲ ਹੋਊਗਾ। ਬੱਚੇ ਦੀ ਪ੍ਰੋਫਾਈਲ ਚੈੱਕ ਕਰਕੇ ਉਹਦੇ ਅਕੋਰਡਿੰਗਲੀ ਉਹਨੂੰ ਕੋਰਸ ਤੇ ਕੰਟਰੀ ਦਿੱਤਾ ਜਾ ਸਕਦਾ। ਸੁਪਰੀਆ ਜੀ, ਜਿੱਦਾਂ ਸਰ ਸੁਣਨ ਵਿੱਚ ਆ ਰਿਹਾ ਹੈ ਕਿ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਰਹਿਤਾਂ ਮਿਲ ਰਹੀਆਂ ਨੇ ਇਸ ਕੋਵਿਡ ਦੇ ਬਾਅਦ, ਤੇ ਆਸਟ੍ਰੇਲੀਆ ਦੇ ਜੇ ਅਸੀਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਵਿੱਚ ਕੀ ਰਹਿਤਾਂ ਮਿਲੀਆਂ ਨੇ ਸਟੂਡੈਂਟਸ ਨੂੰ, ਕੁਝ ਸੁਣਨ ਵਿੱਚ ਆ ਰਿਹਾ ਹੈ ਕਿ ਉਹਨਾਂ ਦੀ ਫੀਸ ਵਗੈਰਾ ਹੈ ਜੋ ਮਾਫ ਕਰ ਦਿੱਤੀ ਗਈ ਹੈ, ਜਾਂ ਉਹਨਾਂ ਦਾ ਕੰਮ ਕਰਨ ਦਾ ਸਮਾਂ ਵਧਾ ਦਿੱਤਾ ਗਿਆ। ਇਸ ਚੀਜ਼ ਉੱਤੇ ਚਾਨਣ ਪਾਓ। ਆਸਟ੍ਰੇਲੀਆ ਪਿਛਲੇ 2 ਸਾਲ ਤੋਂ ਬਿਲਕੁਲ ਬੰਦ ਸੀ, ਕੋਵਿਡ ਕਰਕੇ ਕੋਈ ਵੀ ਬੱਚਾ ਨਹੀਂ ਜਾ ਸਕਿਆ। ਅੱਜ ਉਹਨਾਂ ਕੋਲੇ ਸਕਿਲਡ ਜਿਹੜੀ ਲੇਬਰ ਹੈਗੀ ਹੈ ਉਹਦੀ ਡਿਮਾਂਡ ਹੈਗੀ ਆ, ਉਹਨਾਂ ਕੋਲ ਕੰਮ ਕਰਨ ਵਾਸਤੇ ਬੱਚੇ ਨਹੀਂ ਹੈਗੇ ਨੇ। ਸਭ ਤੋਂ ਵੱਡੀ ਜਿਹੜੀ ਵੱਡੀ ਰਿਆਇਤ ਦਿੱਤੀ ਗਈ ਹੈ ਉਹ ਇੱਕ ਤਾਂ ਵੀ ਫੁੱਲ ਟਾਈਮ ਵਰਕ ਪਰਮਿਟ। ਅੱਗੇ ਕਿਸੇ ਵੀ ਕੰਟਰੀ ਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈਗੀ ਹੈ, ਕਿਸੇ ਵੀ ਕੰਟਰੀ ਜਾਂਦਾ ਤਾਂ 20 ਆਵਰਸ ਪਰ ਵੀਕ ਨੂੰ ਕੰਮ ਕਰਨ ਦੀ ਪ੍ਰੋਵੀਜ਼ਨ ਹੈ, ਲੇਕਿਨ ਆਸਟ੍ਰੇਲੀਆ ਨੇ ਉਦੋਂ ਉੱਪਰ ਜਾ ਕੇ 40 ਆਵਰਸ ਪਰ ਵੀਕ, ਮਤਲਬ ਫੁੱਲ ਟਾਈਮ ਜਿੰਨਾ ਉਹ ਕੰਮ ਕਰ ਸਕਦਾ ਉਹ ਕੰਮ ਕਰਨ ਵਾਸਤੇ ਅਲਾਉ ਕਰਤਾ। ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈਗੀ ਆ। ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜੀ ਐਪਲੀਕੇਸ਼ਨ ਫੀਸ ਹੈਗੀ ਆ, ਐਮਬੈਸੀ ਦੀ ਫੀਸ, ਵੀਜ਼ਾ ਫੀਸ ਹੈ, ਉਹ ਵੇਵ ਆਫ। ਇਹ ਵੀ ਨਹੀਂ ਹੈ ਕਿ ਤੁਸੀਂ ਫੀਸ ਨਹੀਂ ਦੇਣੀ ਤੇ ਵੀਜ਼ਾ ਅਪਲਾਈ ਕਰ ਦੋ ਨਾ। ਜਿਹੜੇ ਬੱਚੇ 19 ਜਨਵਰੀ 2022 ਤੋਂ ਲੈ ਕੇ 19 ਮਾਰਚ ਵੱਲੋਂ 8 ਹਫ਼ਤੇ ਦਾ ਟਾਈਮ ਉਹਨਾਂ ਨੇ ਨੋਟ ਕੀਤਾ, 8 ਹਫ਼ਤੇ ਦੇ ਵਿੱਚ ਆਸਟ੍ਰੇਲੀਆ ਪਹੁੰਚ ਜਾਣਗੇ, ਕਿਸੇ ਵੀ ਪ੍ਰੋਵੀਜ਼ਨ ਤੇ ਪਹੁੰਚ ਜਾਣਗੇ, ਉਹਨਾਂ ਨੂੰ ਉਹਨਾਂ ਦੀ ਐਪਲੀਕੇਸ਼ਨ ਫੀਸ ਦਸੰਬਰ 2022 ਤੱਕ ਰਿਬੇਟ ਮਿਲ ਜਾਏਗੀ, ਮਤਲਬ ਵਾਪਸ ਮਿਲ ਜਾਏਗੀ। ਇਹ 2 ਵੱਡੀਆਂ ਪ੍ਰੋਵੀਜ਼ਨ ਜਿਹੜੀਆਂ ਆਸਟ੍ਰੇਲੀਆ ਨੇ ਦਿੱਤੀਆਂ। ਇਹਨੂੰ ਦੇਖਣ ਤੋਂ ਬਾਅਦ ਇਹ ਲੱਗਦਾ ਕਿ 2009 ਤੋਂ ਪਹਿਲਾਂ, ਇੰਡੀਆ 'ਚੋਂ ਮੈਂ ਗੱਲ ਕਰਾਂ, ਲੰਬਾ ਟਾਈਮ ਹੋ ਗਿਆ ਕੰਮ ਕਰਦਿਆਂ, 2009 ਤੋਂ ਪਹਿਲਾਂ ਬਹੁਤ ਬੱਚਾ ਆਸਟ੍ਰੇਲੀਆ ਗਿਆ ਸੀਗਾ, ਔਰ 2009 ਸੈਪਟੰਬਰ 'ਚ ਆ ਕੇ ਉਹਨਾਂ ਨੇ ਇੱਕਦਮ ਇਹਨੂੰ ਬ੍ਰੇਕ ਲਾਤੀ ਸੀ। ਹੁਣ ਦੀਆਂ ਜਿਹੜੀਆਂ ਉਹਨਾਂ ਦੀਆਂ ਰਾਇਤਾਂ ਦਿੱਤੀਆਂ ਨੇ, ਜਿਹੜੀਆਂ ਐਗਜ਼ੈਂਪਸ਼ਨ ਦਿੱਤੀਆਂ ਨੇ, ਉਹਦੇ ਨਾਲ ਇਹ ਲੱਗਦਾ ਕਿ ਆਸਟ੍ਰੇਲੀਆ ਬਹੁਤ ਸਾਰੇ ਬੱਚਿਆਂ ਨੂੰ ਹੁਣ ਲੈਣ ਵਾਸਤੇ ਤਿਆਰ ਹੈ। ਮੈਂ ਇੱਕ ਸਟੈਟਿਕਸ ਪੜ੍ਹ ਰਿਹਾ ਸੀਗਾ, 1,75,000 ਸਟੂਡੈਂਟ, ਮਤਲਬ ਪੌਣੇ 2 ਲੱਖ ਸਟੂਡੈਂਟ ਉਹਨਾਂ ਨੂੰ ਚਾਹੀਦਾ। ਉਹਦੇ ਨਾਲ ਕੀ ਹੋਏਗਾ, ਜਿਨ੍ਹਾਂ ਦੇ ਬੱਚਿਆਂ ਦੇ ਅਕੈਡਮਿਕ ਸਕੋਰ ਘੱਟ ਹੋਗਾ ਉਹ ਵੀ ਵੀਜ਼ਾ ਲੈ ਸਕਣਗੇ, ਔਰ ਜਿਨ੍ਹਾਂ ਦਾ ਆਇਲਸ ਦਾ ਸਕੋਰ ਘੱਟ ਹੋਗਾ ਉਹ ਵੀ ਵੀਜ਼ਾ ਲੈ ਸਕਣਗੇ। ਮੇਰੇ ਕਹਿਣ ਤੋਂ ਭਾਵ ਕਿ ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਆ ਕਿ ਖੁੱਲ ਗਿਆ, ਆਸਟ੍ਰੇਲੀਆ ਖੁੱਲ ਗਿਆ ਹੈਗਾ, ਪਰ ਹੁਣ ਤੁਹਾਨੂੰ ਰਾਈਟ ਕੰਸਲਟੈਂਟ ਨੂੰ ਚੂਜ਼ ਕਰਨ ਦੀ ਜ਼ਰੂਰਤ ਹੈ। ਉਹ ਕੰਸਲਟੈਂਟ ਨੂੰ ਜਿਹਨੂੰ ਕੰਮ ਕਰਨਾ ਆਉਂਦਾ ਹੋਵੇ, ਜਿਹਦੀ ਟੀਮ ਕੰਮ ਕਰ ਸਕਦੀ ਹੋਵੇ, ਜਿਹੜੇ ਤੁਹਾਨੂੰ ਵੀਜ਼ਾ ਲਗਵਾ ਕੇ ਦੇ ਸਕਦੇ ਹਨ, ਉਹਨਾਂ ਨੂੰ ਮਿਲਣ ਦੀ ਜ਼ਰੂਰਤ ਹੈ। ਜੀ ਸਰ, ਮੈਂ ਸੁਣਿਆ ਕਿ ਕਈ ਸਟੂਡੈਂਟ ਇਦਾਂ ਦੇ ਵੀ ਹੈਗੇ ਜਿਨ੍ਹਾਂ ਦਾ ਗੈਪ ਜ਼ਿਆਦਾ ਹੈਗਾ, ਜਾਂ ਫਿਰ ਜਿਹੜੇ ਆਪਣੇ ਹਸਬੈਂਡ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ, ਵਾਈਫ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ, ਜਿਨ੍ਹਾਂ ਦਾ ਕਾਫੀ ਜ਼ਿਆਦਾ ਗੈਪ ਹੋ ਗਿਆ, ਇੱਥੇ ਪੇ ਵਧੀਆ ਨਹੀਂ ਮਿਲ ਰਹੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਗੈਪ ਦੀ ਜਦੋਂ ਗੱਲ ਹੁੰਦੀ ਹੈ, ਕੋਈ ਵੀ ਹਾਈ ਕਮਿਸ਼ਨ ਇਹ ਨਹੀਂ ਗਿਣਦਾ ਕਿ ਤੁਹਾਡਾ ਗੈਪ ਹੈ, ਪਰ ਜੇ ਤੁਸੀਂ ਜਸਟੀਫਾਈਡ ਤਰੀਕੇ ਨਾਲ ਉਹਨੂੰ ਪ੍ਰੂਵ ਕਰ ਸਕਦੇ ਹੋ, ਤੁਸੀਂ ਉਸ ਗੈਪ ਦੌਰਾਨ ਕੋਈ ਐਗਜ਼ਾਮ ਦਿੱਤਾ ਹੈ, ਤੁਸੀਂ ਉਸ ਗੈਪ ਦੇ ਦੌਰਾਨ ਕੋਈ ਹੋਰ ਹਾਇਰ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ, ਤੁਸੀਂ ਉਹਦੇ ਨਾਲ ਕਿਸੇ ਜੌਬ ਕੀਤੀ ਹੈ, ਤੁਸੀਂ ਆਪਣੇ ਬਾਪ ਦੇ ਬਿਜ਼ਨਸ ਦੇ ਵਿੱਚ ਕੋਈ ਕੰਮ ਕਰਦੇ ਰਹੇ ਹੋ,
ਤੁਸੀਂ ਜਸਟੀਫਾਈ ਕਰਦੇ ਹੋ ਤਾਂ ਗੈਪ ਜਸਟੀਫਾਈ ਹੋ ਜਾਂਦਾ। ਇੱਕ ਵੀਜ਼ਾ ਅਫਸਰ ਕੀ ਦੇਖਦਾ ਵਾ, ਇਹ ਬੱਚਾ ਪੜਨ ਜਾ ਰਿਹਾ, ਕੀ ਇਹਦੀ ਇੰਟੈਂਸ਼ਨ ਸਹੀ ਹੈ? ਜੇ ਇੰਟੈਂਸ਼ਨ ਸਹੀ ਹੈ ਤਾਂ ਉਹ ਗੈਪ ਨੂੰ ਜਸਟੀਫਾਈ ਕਰ ਸਕਦਾ, ਉਹਨੂੰ ਵੀਜ਼ਾ ਮਿਲ ਸਕਦਾ। ਦੂਸਰਾ ਸਵਾਲ ਤੁਸੀਂ ਪੁੱਛਿਆ ਸਪਾਊਸ ਦੀ ਗੱਲ। ਆਸਟ੍ਰੇਲੀਆ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਪਾਊਸ ਨੂੰ ਅਲਾਉ ਕੀਤਾ ਜਾਂਦਾ ਵਾ। ਜਿਹੜੇ ਬੱਚੇ ਆਪਣੇ ਹਸਬੈਂਡ ਔਰ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਈਵਨ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਵੀ ਪ੍ਰੋਵੀਜ਼ਨ ਹੈਗੀ ਆ। ਬੱਚਾ ਪਹਿਲਾਂ ਚਲਾ ਗਿਆ, ਉਹਦਾ ਹਸਬੈਂਡ ਵਾਈਫ ਨੂੰ ਡਿਪੈਂਡੈਂਟ ਵੀਜ਼ਾ ਤੇ ਬੁਲਾਉਣਾ ਚਾਹੁੰਦੇ ਨੇ, ਉਹਦੇ ਵਾਸਤੇ ਵੀ ਪ੍ਰੋਵੀਜ਼ਨ ਹੈਗੀ ਆ। BN ਓਵਰਸੀਜ਼ ਦੀ ਟੀਮ ਪਿਛਲੇ 26 ਸਾਲ ਤੋਂ ਇਹੀ ਕੁਝ ਕਰਦੀ ਹੈ, ਅਲੱਗ-ਅਲੱਗ ਕੰਟਰੀ ਦੇ ਵੀਜ਼ਾ। ਸਭ ਤੋਂ ਪਹਿਲਾਂ ਅਸੀਂ 96 ਦੇ ਵਿੱਚ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਆਸਟ੍ਰੇਲੀਆ ਨੂੰ ਹੀ ਪ੍ਰਮੋਟ ਕੀਤਾ ਸੀਗਾ। 12-13 ਸਾਲ ਆਸਟ੍ਰੇਲੀਆ ਵਾਸਤੇ ਬਹੁਤ ਵੱਡਾ ਕੰਮ ਕੀਤਾ। ਇਸ ਕਰਕੇ ਸਾਡੀ ਟੀਮ ਨੂੰ ਸਾਰੇ ਐਕਸਪੀਰੀਅੰਸ ਹੈਗੇ ਨੇ, ਬੱਚੇ ਦੀ ਪ੍ਰੋਫਾਈਲ ਦੇਖ ਕੇ ਦੱਸ ਦਿੰਦੇ ਆ ਕਿ ਤੁਹਾਡਾ ਵੀਜ਼ਾ ਹੋਣਾ ਜਾਂ ਨਹੀਂ ਹੋਣਾ। ਔਰ ਮੈਂ ਪੰਜਾਬ ਦੇ ਖਾਸ ਕਰਕੇ ਹਿੰਦੁਸਤਾਨ ਦੇ ਬੱਚੇ ਨੂੰ ਕਹਾਂਗਾ ਇਹ ਰਾਈਟ ਟਾਈਮ ਹੈ ਤੁਹਾਨੂੰ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨ ਵਾਸਤੇ। ਠੀਕ ਹੈ ਸਰ, ਤੇ ਇੱਕ ਬਹੁਤ ਹੀ ਅਹਿਮ ਸਵਾਲ ਹੈ ਸਭ ਦੇ ਲਈ ਹੈ, ਕਿਉਂਕਿ ਸਭ ਦੇ ਮਨ ਵਿੱਚ ਹੁੰਦਾ ਹੈ ਕਿ ਇੱਕ ਆਦਮੀ, ਇੱਕ ਜਾਂ ਲੜਕੀ ਕਹਿ ਸਕਦੇ ਹਾਂ, ਲੜਕਾ ਬਹੁਤ ਵਾਰ ਵੀਜ਼ਾ ਟਰਾਈ ਕਰਦੇ ਆ, ਉਹਨਾਂ ਨੂੰ ਹਰ ਵਾਰੀ ਰਿਫਿਊਜ਼ਲ ਹੀ ਹੱਥ ਹੁੰਦਾ ਹੈ, ਤੇ ਕਾਫੀ ਵਾਰ ਟਰਾਈ ਕਰਨ ਤੋਂ ਬਾਅਦ ਵੀ ਜੇ ਉਹਨਾਂ ਨੂੰ ਰਿਫਿਊਜ਼ਲ ਮਿਲਦਾ ਪਿਆ ਹੈ ਕਿ ਉਹ ਵਿਚਾਰੇ ਜਾਂ ਤੇ ਘਰ ਬੈਠ ਜਾਣ, ਜਾਂ ਇਹਨਾਂ ਨੂੰ ਇਹੋ ਜਿਹੇ ਕੀ ਸੁਧਾਰ ਕਰਨੇ ਚਾਹੀਦੇ ਆਪਣੀ ਵੀਜ਼ਾ ਫਾਈਲ ਦੇ ਵਿੱਚ ਜਿਹਦੇ ਕਰਕੇ ਉਹਨਾਂ ਨੂੰ ਰਿਫਿਊਜ਼ਲ ਨਾ ਮਿਲੇ? ਤੁਸੀਂ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਜੇ ਤੁਸੀਂ ਕਿਸੇ ਐਕਸਪਰਟ ਕੋਲੋਂ ਕੰਮ ਕਰਾਉਂਦੇ ਹੋ ਤਾਂ ਉਹ ਸਹੀ ਤਰੀਕੇ, ਤੁਸੀਂ ਸਰਜਰੀ ਕਰਾਉਣੀ ਹੈ, ਇੱਕ ਚੰਗੇ ਸਰਜਨ ਨੂੰ ਮਿਲੋਗੇ, ਉਹ ਤੁਹਾਡੀ ਸਹੀ ਤਰੀਕੇ ਸਰਜਰੀ ਕਰ ਦੇਗਾ। ਤੁਹਾਨੂੰ ਕੋਈ CA ਦੀ ਲੋੜ ਹੈ, ਕੋਈ ਚੰਗਾ ਅਕਾਊਂਟ ਦਾ ਕੰਮ ਕਰਾਉਣਾ, ਐਕਸਪਰਟ CA ਨੂੰ ਮਿਲੋਗੇ ਤੇ ਉਹ ਤੁਹਾਡਾ ਕੰਮ ਕਰ ਦੂਗਾ। ਇਹਦੇ ਵਿੱਚ ਵੀਜ਼ਾ ਰਿਫਿਊਜ਼ ਹੋਣ ਦੇ ਕਾਰਨ, ਪਹਿਲਾਂ ਤਾਂ ਵੀਜ਼ਾ ਰਿਫਿਊਜ਼ ਨਹੀਂ ਹੋਣਾ ਚਾਹੀਦਾ। ਮੈਂ ਤਾਂ ਇਹ ਕਹਿੰਦਾ ਮੈਂ, ਸਾਡੀ ਜਿਹੜੀ ਕੰਪਨੀ ਹੈ BN ਓਵਰਸੀਜ਼ ਦੀ ਇੱਕੋ ਹੀ ਪਾਲਿਸੀ ਹੈ 100% ਵੀਜ਼ਾ ਅਪਰੂਵਲ। ਜੇ ਸਾਨੂੰ ਲੱਗਦਾ ਕਿ ਵੀਜ਼ਾ ਨਹੀਂ ਲੱਗਣ ਵਾਲਾ ਤਾਂ ਅਸੀਂ ਉਹਨੂੰ ਵੀਜ਼ਾ ਨਹੀਂ ਲਗਾਉਂਦੇ। ਫਿਰ ਜੇ ਵੀਜ਼ਾ ਰਿਫਿਊਜ਼ ਹੋ ਗਿਆ ਤੇ ਦੁਨੀਆ ਖਤਮ ਨਹੀਂ ਹੋ ਗਈ ਹੈ। ਜਦੋਂ ਵੀਜ਼ਾ ਅਫਸਰ ਕੋਈ ਵੀਜ਼ਾ ਰਿਫਿਊਜ਼ ਕਰਦਾ, ਉਹ ਲਿਖਦਾ ਵੈ if your circumstances change you can reapply। ਵੀਜ਼ਾ ਰਿਫਿਊਜ਼ ਕਿਉਂ ਹੋਇਆ? ਉਹਦਾ IELTS ਸਕੋਰ ਘੱਟ ਸੀ, ਉਹਦੀ ਅਕੈਡਮਿਕ ਪ੍ਰੋਫਾਈਲ ਸਹੀ ਨਹੀਂ ਸੀਗੀ, ਉਹਦੇ ਕੋਲੇ ਫੰਡਸ ਸਹੀ ਨਹੀਂ ਸੀਗੇ, ਉਹਨੇ ਜਿਹੜਾ ਕੋਰਸ ਚੂਜ਼ ਕੀਤਾ ਵੈ ਉਹਦੇ ਵਾਸਤੇ ਸੂਟੇਬਲ ਕੋਰਸ ਨਹੀਂ ਸੀਗਾ, ਉਸ ਕੋਰਸ ਵਾਸਤੇ ਉਹਨੇ ਪੂਰੀ ਰਿਸਰਚ ਨਹੀਂ ਕੀਤੀ। ਇਹ ਕਾਫੀ ਸਾਰੇ ਕਾਰਨ ਹੁੰਦੇ ਨੇ ਜਿਹਦੇ ਨਾਲ ਵੀਜ਼ਾ ਰਿਫਿਊਜ਼ ਹੁੰਦਾ ਵੈ। ਤੇ ਫਿਰ ਮੈਂ ਗੱਲ ਕਰਾਂਗਾ, ਮੈਂ ਆਪਣੀ ਤਾਰੀਫ ਨਹੀਂ ਕਰਾਂਗਾ, ਲੇਕਿਨ ਸਾਡੀ ਸੰਸਥਾ ਦਾ ਇਹ ਤਜਰਬਾ ਹੈ ਕਿ ਅਸੀਂ 100% ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੁੰਦੇ ਹਾਂ। ਉਹਦਾ ਕਾਰਨ ਹੈ ਕਿ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਸਕਰੂਟਨਿੰਗ ਕਰਦੇ ਹਾਂ, ਉਹਦੇ ਡਾਕੂਮੈਂਟੇਸ਼ਨ, ਉਹਦੇ ਫਾਈਨੈਂਸ਼ੀਅਲ ਡਾਕੂਮੈਂਟ, ਉਹਦੇ IELTS ਦਾ ਸਕੋਰ ਕਾਰਡ ਔਰ ਉਹਦੀ ਇੰਟੈਂਸ਼ਨ ਕੀ ਹੈ, ਇਹ ਸਾਰਾ ਕੁਝ ਦੇਖਣ ਤੋਂ ਬਾਅਦ ਇਸ ਕਰਕੇ ਕੋਈ ਵੀ ਸਿਮਰਨ ਜੀ ਵੀਜ਼ਾ ਰਿਫਿਊਜ਼ ਹੋਏ ਨੂੰ ਦੁਬਾਰਾ ਵੀਜ਼ਾ ਕਰਵਾਇਆ ਜਾ ਸਕਦਾ ਹੈ। ਜੀ ਸਰ, ਜਿਹੜੇ ਸਟੂਡੈਂਟਸ ਤੁਹਾਨੂੰ ਮਿਲਣਾ ਚਾਹੁੰਦੇ ਆ ਜਾਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਉਹ ਕਿਹੜੇ ਐਡਰੈਸ ਤੇ ਜਾਣ ਜਾਂ ਫਿਰ ਕਿਹੜਾ ਕੀ ਨੰਬਰ ਹੈਗਾ, ਤੁਸੀਂ ਪਲੀਜ਼ ਦਰਸ਼ਕਾਂ ਨੂੰ ਦੱਸ ਦਿਓ। ਜਿਨ੍ਹਾਂ ਨੇ ਮੈਨੂੰ ਮਿਲਣਾ ਚਾਹੁੰਦੇ ਨੇ, ਮੇਰਾ ਹੈੱਡ ਆਫਿਸ BN ਓਵਰਸੀਜ਼ ਐਜੂਕੇਸ਼ਨ ਸਰਵਿਸਿਜ਼, ਸਤ ਸਾਹਿਬ ਸੈਂਟਰ, ਆਪੋਜੀਟ ਗੇਟ ਨੰਬਰ 2, ਨਰਿੰਦਰ ਸਿਨੇਮਾ ਜਲੰਧਰ ਹੈ। ਤੇ ਸਾਡਾ ਹੈਲਪਲਾਈਨ ਨੰਬਰ ਹੈ 9216 340 340। ਇਹਦੇ ਨਾਲ ਮੈਂ ਬ੍ਰਾਂਚਸ ਦੇ ਵਿੱਚ ਵਿਜ਼ਿਟ ਕਰਦਾ, ਲੁਧਿਆਣਾ ਹੈ, ਚੰਡੀਗੜ੍ਹ ਹੈ, ਨਵਾਂ ਸ਼ਹਿਰ ਹੈ, ਅਹਿਮਦਗੜ੍ਹ ਹੈ, ਬਠਿੰਡਾ ਹੈ। ਇਹਨਾਂ ਬ੍ਰਾਂਚਸ ਦੇ ਵਿੱਚ ਵੀ ਤੁਸੀਂ ਮੇਰੀ ਟੀਮ ਨਾਲ ਸੰਪਰਕ ਕਰਕੇ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ, ਔਰ ਅਸੀਂ ਤੁਹਾਡੀ ਹਰ ਕੁਆਰੀ ਵਾਸਤੇ ਬਿਨਾਂ ਕੋਈ ਪੈਸੇ ਲਿਆ ਸਲਾਹ ਦੇਣ ਵਾਸਤੇ ਤਿਆਰ ਹਾਂ। ਅਤੇ ਤੁਸੀਂ ਦੇਖਿਆ ਕਿ ਅਸੀਂ BN ਓਵਰਸੀਜ਼ ਦੇ CEO ਐਡਵੋਕੇਟ ਕਮਲ ਕੁਮਾਰ ਭੁੰਬਲਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ ਸਟੂਡੈਂਟਸ ਨੂੰ ਜੋ ਕਿ ਆਸਟ੍ਰੇਲੀਆ ਕੈਨੇਡਾ ਲਈ ਜਾਣਾ ਚਾਹੁੰਦੇ ਆ ਤੇ ਇਸ ਤਰ੍ਹਾਂ ਦੀ ਹੋਰ ਬਿਹਤਰ ਵੀਡੀਓ ਲੈ ਕੇ ਹਮੇਸ਼ਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਹੁਣ ਮੈਨੂੰ ਯਾਨੀ ਸਿਮਰਨਦੀਪ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਸਤਿ ਮੁੰਡਰੋਪਾ TV।